ਮੋਂਗਾ ਸਰ ਦੀ ਮੈਥ ਕਲਾਸ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਸਕਰੀਨ ਤੇ ਤੁਸੀਂ ਵੇਖ ਰਹੇ ਹੋ ਵਰਕਸ਼ੀਟ ਨੰਬਰ 15 ਜਮਾਤ 8ਵੀਂ ਅਧਿਆਏ ਗ੍ਰਾਫਾਂ ਬਾਰੇ ਜਾਣਕਾਰੀ। ਆਪਾਂ ਇਸ ਵੀਡੀਓ ਲੈਕਚਰ ਦੇ ਵਿੱਚ ਇਸ ਵਰਕਸ਼ੀਟ ਨਾਲ ਸੰਬੰਧਿਤ ਸਾਰੇ ਪ੍ਰਸ਼ਨਾਂ ਤੇ ਚਰਚਾ ਕਰਦੇ ਹਾਂ। ਕੁਐਸਚਨ ਨੰਬਰ 1 ਹੇਠ ਦਿੱਤੇ ਗ੍ਰਾਫਾਂ ਦੀ ਕਿਸਮ ਲਿਖੋ। ਪਿਆਰੇ ਵਿਦਿਆਰਥੀਓ, ਇਸ ਵੇਲੇ ਤਿੰਨ ਗ੍ਰਾਫਾਂ ਦੀਆਂ ਕਿਸਮਾਂ ਦੇ ਨਾਮ ਨੇ ਤੇ ਤਿੰਨ ਤਰ੍ਹਾਂ ਦੇ ਹੀ ਗ੍ਰਾਫ ਜਿਹੜੇ ਇਸ ਵੇਲੇ ਤੁਹਾਨੂੰ ਨਜ਼ਰ ਆ ਰਹੇ ਨੇ। ਆਪਾਂ ਇਹਨਾਂ ਦਾ ਮਿਲਾਨ ਕਰ ਦਿਆਂਗੇ ਜੇ ਆਪਾਂ ਨੂੰ ਸਹੀ ਪਤਾ ਹੋਏਗਾ। ਚਲੋ ਆਪਾਂ ਸ਼ੁਰੂ ਕਰਦੇ ਹਾਂ। ਰੇਖਾ ਗ੍ਰਾਫ। ਤਾਂ ਪਿਆਰੇ ਵਿਦਿਆਰਥੀਓ, ਇਹ ਇੱਕ ਗ੍ਰਾਫ ਹੈ ਜਿਹਦੇ ਵਿੱਚ ਤੁਸੀਂ ਡੱਬੀਆਂ ਦੇਖ ਰਹੇ ਹੋ ਤੇ ਇੱਕ ਰੇਖਾ ਜਾਂਦੀ ਹੋਈ ਨਜ਼ਰ ਆ ਰਹੀ ਹੈ। ਇਸ ਤਰ੍ਹਾਂ ਦੇ ਗ੍ਰਾਫ ਨੂੰ ਰੇਖਾ ਗ੍ਰਾਫ ਕਿਹਾ ਜਾਂਦਾ ਹੈ। ਬਾਰ ਗ੍ਰਾਫ, ਆ ਜਿਹੜੀਆਂ ਖੜੀਆਂ ਛੜਾਂ ਨੇ ਇਹਨਾਂ ਨੂੰ ਅੰਗਰੇਜ਼ੀ ਚ ਬਾਰ ਕਿਹਾ ਜਾਂਦਾ ਹੈ। ਬਾਰਜ਼ ਹੈ 1 2 3। ਤਾਂ ਇਸ ਤਰੀਕੇ ਨਾਲ ਬਾਰ ਗ੍ਰਾਫ ਦੀ ਪਹਿਚਾਣ ਕਰਨ ਵਾਸਤੇ ਤੁਸੀਂ ਇਹਦੇ ਨਾਲ ਮਿਲਾਨ ਕਰਕੇ ਯਾਦ ਰੱਖਣਾ ਹੈ ਕਿ ਇਸ ਤਰ੍ਹਾਂ ਦਾ ਗ੍ਰਾਫ ਹੈ ਜਿਹੜਾ ਉਹ ਬਾਰ ਗ੍ਰਾਫ ਹੁੰਦਾ ਹੈ। ਪਾਈ ਚਾਰਟ ਯਾਨੀ ਕਿ ਗੋਲ ਨਕਸ਼ਾ। ਤਾਂ ਇਸ ਵੇਲੇ ਗੋਲ ਨਕਸ਼ਾ ਜਿਹੜਾ ਹੁੰਦਾ ਹੈ ਉਸ ਨੂੰ ਪਾਈ ਚਾਰਟ ਕਿਹਾ ਜਾਂਦਾ ਤੇ ਆਹ ਨਕਸ਼ਾ ਜਿਹੜਾ ਗੋਲ ਹੈ, ਯਾਨੀ ਕਿ ਇਸ ਤਰੀਕੇ ਨਾਲ ਤੁਹਾਨੂੰ ਤਿੰਨਾਂ ਤਰ੍ਹਾਂ ਦੇ ਗ੍ਰਾਫਾਂ ਦੀ ਪਹਿਚਾਣ ਹੋ ਗਈ ਹੈ। ਕੁਐਸਚਨ ਨੰਬਰ 2 ਇੱਕ ਸੰਪੂਰਨ ਦੇ ਵੱਖ-ਵੱਖ ਭਾਗਾਂ ਦੀ ਤੁਲਨਾ ਕਰਨ ਲਈ ਕਿਹੜਾ ਗ੍ਰਾਫ ਸਹੀ ਹੈ? ਪਿਆਰੇ ਵਿਦਿਆਰਥੀਓ, ਇਸ ਦਾ ਉੱਤਰ ਹੋਏਗਾ ਗੋਲ ਨਕਸ਼ਾ। ਅੰਗਰੇਜ਼ੀ ਵਿੱਚ ਅਸੀਂ ਉਸ ਨੂੰ ਕਹਿੰਦੇ ਹਾਂ ਪਾਈ ਚਾਰਟ। ਕੁਐਸਚਨ ਨੰਬਰ 3 ਵੱਖ-ਵੱਖ ਪਿੰਡਾਂ ਵਿੱਚ ਇੱਕ ਡਾਕੀਆ ਚਿੱਠੀਆਂ ਵੰਡਦਾ ਹੈ ਤਾਂ ਤੁਸੀਂ ਕਿਹੜਾ ਗ੍ਰਾਫ ਬਣਾਓਗੇ? ਇਹੋ ਜਿਹੀ ਸਥਿਤੀ ਵਿੱਚ ਪਿਆਰੇ ਵਿਦਿਆਰਥੀਓ ਛੜ ਗ੍ਰਾਫ ਜਿਹੜਾ ਹੈ ਉਹ ਸਹੀ ਗ੍ਰਾਫ ਹੋਏਗਾ, ਕਿਉਂਕਿ ਡਾਕੀਏ ਨੇ ਕਈ ਪਿੰਡਾਂ ਵਿੱਚ ਡਾਕ ਵੰਡਣੀ ਹੈ ਤੇ ਹਰੇਕ ਪਿੰਡ ਦੀਆਂ ਚਿੱਠੀਆਂ ਦੀ ਗਿਣਤੀ ਵੱਖ-ਵੱਖ ਹੋਊਗੀ। ਤਾਂ ਪਿੰਡਾਂ ਦੀ ਗਿਣਤੀ ਜਿਵੇਂ ਮੈਂ ਰਫ ਬਣਾਇਆ ਹੈ, ਇਹ ਛੜ ਦੇ ਹੇਠਾਂ ਲੇਟਵੇਂ ਧੁਰੇ ਦੇ ਜਾਣਕਾਰੀ ਦਰਸਾਈ ਜਾਏਗੀ ਤੇ ਜਿਹੜੇ ਖੜੀਆਂ ਗ੍ਰਾਫ ਦੀਆਂ ਜਿਹੜੀਆਂ ਛੜਾਂ ਨੇ ਇਹ ਦਰਸਾਉਣਗੀਆਂ ਕਿ ਕਿਹੜੇ ਪਿੰਡ ਵਿੱਚ ਚਿੱਠੀਆਂ ਦੀ ਗਿਣਤੀ ਕਿੰਨੀ ਹੈ। ਸੋ ਇਸ ਤਰ੍ਹਾਂ ਦੀ ਜਾਣਕਾਰੀ ਲਈ ਛੜ ਗ੍ਰਾਫ ਜਿਹੜਾ ਹੈ ਉਚਿਤ ਗ੍ਰਾਫ ਹੋਏਗਾ। ਕੁਐਸਚਨ ਨੰਬਰ 4 ਹੇਠ ਲਿਖਿਆਂ ਵਿੱਚ ਕਿਹੜਾ ਬਿੰਦੂ x ਧੁਰੇ ਤੇ ਸਥਿਤ ਹੈ? ਵਿਚ ਪੁਆਇੰਟ ਲਾਈਜ਼ ਔਨ x ਐਕਸਿਸ। ਪਿਆਰੇ ਵਿਦਿਆਰਥੀਓ, ਇਹਦੇ ਵਿੱਚ B ਆਪਸ਼ਨ ਸਹੀ ਆਪਸ਼ਨ ਹੈ। 3,0 ਵਾਲਾ ਜਿਹੜਾ ਬਿੰਦੂ ਹੋਏਗਾ ਉਹ x ਧੁਰੇ ਤੇ ਸਥਿਤ ਹੋਏਗਾ। ਆਪਾਂ ਯਾਦ ਵੀ ਰੱਖਣਾ ਹੈ ਕਿ ਜਿਹੜਾ ਕੌਮੇ ਤੋਂ ਪਹਿਲਾਂ ਮੁੱਲ ਬ੍ਰੈਕਟ ਦੇ ਵਿੱਚ ਲਿਖਿਆ ਹੁੰਦਾ ਇਹਦਾ ਸੰਬੰਧ x ਧੁਰੇ ਨਾਲ ਹੈ ਤੇ ਜਿਹੜਾ ਕੌਮੇ ਤੋਂ ਬਾਅਦ ਹੁੰਦਾ ਇਹਦਾ y ਧੁਰੇ ਨਾਲ ਹੈ। ਜਿਸ ਦਾ ਮੁੱਲ ਜਿਸ ਧੁਰੇ ਨਾਲ ਸੰਬੰਧਿਤ ਬਿੰਦੂ ਦਾ ਮੁੱਲ ਬਿਨਾਂ 0 ਵਾਲਾ ਹੋਵੇ ਉਸੇ ਧੁਰੇ ਤੇ ਉਹ ਬਿੰਦੂ ਸਥਿਤ ਹੁੰਦਾ ਹੈ। ਤਾਂ ਬਿਨਾਂ 0 ਵਾਲਾ ਮੁੱਲ ਜਿਹੜਾ ਹੈ ਉਹ x ਦਾ ਹੈ, ਦੂਸਰਾ ਮੁੱਲ y ਦਾ 0 ਹੋ ਗਿਆ, ਇਹਦਾ ਮਤਲਬ B ਬਿੰਦੂ ਆ ਜਿਹੜਾ ਉਹ x ਧੁਰੇ ਤੇ ਸਥਿਤ ਹੈ। ਪ੍ਰਸ਼ਨ ਨੰਬਰ 5 ਹੇਠਾਂ ਦਿੱਤੀ ਸਾਰਣੀ ਵਿੱਚ 8ਵੀਂ ਜਮਾਤ ਦੇ ਵਿਦਿਆਰਥੀਆਂ ਦੀ ਸੰਖਿਆ ਵਿਦਿਅਕ ਵਰ੍ਹੇ 2014-15 ਤੋਂ ਲੈ ਕੇ 2018-19 ਤੱਕ ਦਿੱਤੀ ਗਈ ਹੈ। ਬਾਰ ਗ੍ਰਾਫ ਬਣਾਓ, ਯਾਨੀ ਕਿ the following table gives the number of students of class 8 in a school during academic year 2014-15 to 2018-19 ਬਾਰ ਗ੍ਰਾਫ। ਆਓ ਆਪਾਂ ਦਿੱਤੇ ਹੋਏ ਅੰਕੜਿਆਂ ਦੀ ਸਾਰਣੀ ਵੇਖੀਏ। ਪਿਆਰੇ ਵਿਦਿਆਰਥੀਓ, ਇਸ ਵੇਲੇ ਤੁਸੀਂ ਦੇਖ ਰਹੇ ਹੋ ਪ੍ਰਸ਼ਨ ਨੰਬਰ 5 ਦੀ ਸਾਰਣੀ। ਕੀ ਦਿੱਤਾ ਗਿਆ ਹੈ? ਇਹਦੇ ਵਿੱਚ ਇੱਕ ਕਾਲਮ ਦੇ ਵਿੱਚ ਵਿਦਿਅਕ ਸਾਲ ਯਾਨੀ ਕਿ 2014-15 ਤੋਂ ਲੈ ਕੇ ਸਾਰੇ ਸਾਲਾਂ ਦਾ ਵੇਰਵਾ ਹੈ 2018-19 ਤੱਕ। ਉਸ ਤੋਂ ਬਾਅਦ ਦੂਸਰੇ ਕਾਲਮ ਦੇ ਵਿੱਚ ਵਿਦਿਆਰਥੀਆਂ ਦੀ ਸੰਖਿਆ ਯਾਨੀ ਕਿ 2014-15 ਵਿੱਚ ਕਿੰਨੇ ਵਿਦਿਆਰਥੀ ਸੀ? 50। 2015-16 ਵਿੱਚ 75, 2016-17 ਵਿੱਚ 125, 2017-18 ਵਿੱਚ 150, 2018-19 ਵਿੱਚ 200। ਆਓ ਆਪਾਂ ਇਸ ਤੋਂ ਛੜ ਗ੍ਰਾਫ ਤਿਆਰ ਕਰਦੇ ਹਾਂ। ਜੇ ਇਹ ਛੜ ਗ੍ਰਾਫ ਆਪਾਂ ਗ੍ਰਾਫ ਪੇਪਰ ਦੇ ਉੱਤੇ ਬਣਾਈਏ ਤਾਂ ਇਸ ਦੀ ਖੂਬਸੂਰਤੀ ਵੱਧ ਹੋਏਗੀ ਤੇ ਐਕੂਰੇਸੀ ਵੀ ਜਿਹੜੀ ਹੈਗੀ ਹੈ ਉਹ ਵੱਧ ਹੋਏਗੀ। ਪਰ ਜੇ ਆਪਾਂ ਧਿਆਨ ਨਾਲ ਸਕੇਲ ਪੈਨਸਲ ਦੀ ਵਰਤੋਂ ਨਾਲ ਛੜ ਗ੍ਰਾਫ ਇੱਕ ਸਧਾਰਨ ਪੇਜ ਦੇ ਉੱਤੇ ਵੀ ਬਣਾਈਏ ਤਾਂ ਉਹ ਵੀ ਅੱਛਾ ਬਣ ਜਾਂਦਾ ਹੈ। ਤਾਂ ਸਭ ਤੋਂ ਪਹਿਲਾਂ ਕੀ ਕਰਨਾ ਹੁੰਦਾ ਹੈ,
ਜਿਹੜੇ ਸਾਡੇ ਦੋਨੇ ਕਾਲਮ ਹੈ ਉਹਨਾਂ ਦੀ ਜਾਣਕਾਰੀ ਦੇ ਵਿੱਚੋਂ ਅਸੀਂ ਇਹ ਚੁਣਨਾ ਹੁੰਦਾ ਹੈ ਕਿ ਲੇਟਵੇਂ ਧੁਰੇ ਦੇ ਉੱਤੇ ਕਿਹੜੀ ਜਾਣਕਾਰੀ ਦਰਸਾਈ ਜਾਵੇ ਤੇ ਖੜੇ ਧੁਰੇ ਦੇ ਉੱਤੇ ਕਿਹੜੀ ਜਾਣਕਾਰੀ ਦਰਸਾਈ ਜਾਵੇ। ਪਿਆਰੇ ਵਿਦਿਆਰਥੀਓ, ਛੜ ਗ੍ਰਾਫ ਬਣਾਉਣ ਲਈ ਸਾਨੂੰ ਇੱਕ 90 ਦਾ ਕੋਣ ਬਣਾਉਣਾ ਪੈਂਦਾ ਹੈ। ਆਹ ਸਾਡੀ ਸਿੱਧੀ ਰੇਖਾ ਹੇਠਾਂ ਨੂੰ ਆ ਰਹੀ ਹੈ ਤੇ ਇਧਰੋਂ ਸੱਜੇ ਪਾਸੇ ਨੂੰ ਜਾ ਰਹੀ ਹੈ, ਯਾਨੀ ਕਿ ਇਹ 90 ਦਾ ਵੱਡਾ ਸਾਰਾ ਕੋਣ ਬਣਾ ਕੇ ਅਸੀਂ ਜਿਹੜਾ ਉਹਦਾ ਇਹ ਹੇਠਲੇ ਧੁਰਾ ਹੈ ਇਹਦੇ ਉੱਤੇ ਉਸ ਜਾਣਕਾਰੀ ਨੂੰ ਦਰਸਾਉਣਾ ਹੈ ਜਿਸ ਜਾਣਕਾਰੀ ਦੇ ਵਿੱਚ ਇੱਕੋ ਜਿੰਨੀ ਵਿੱਥ ਹੋਵੇ। ਯਾਨੀ ਕਿ ਜਾਣਕਾਰੀ ਕੀ ਹੈ ਵੀ 2014-15 ਤੋਂ ਬਾਅਦ ਜਿੰਨੀ ਵਿੱਥ 2015 ਤੇ 16 ਦੀ, ਯਾਨੀ ਕਿ 1 ਸਾਲ ਦਾ ਫਰਕ ਹੈ, ਇਵੇਂ ਹੀ ਅੱਗੇ ਵੀ 1 ਸਾਲ ਦਾ ਫਰਕ ਹੈ, ਫਿਰ 1 ਸਾਲ ਦਾ ਫਰਕ ਹੈ, ਫਿਰ 1 ਸਾਲ ਦਾ ਫਰਕ ਹੈ। ਤਾਂ ਜਦੋਂ ਇੱਕੋ ਜਿੰਨੀ ਫਰਕ ਵਾਲੀ ਜਾਣਕਾਰੀ ਸਾਨੂੰ ਮਿਲ ਜਾਵੇ ਤਾਂ ਅਸੀਂ ਉਸ ਜਾਣਕਾਰੀ ਨੂੰ ਹੇਠਲੇ ਧੁਰੇ ਤੇ ਦਰਸਾਉਣੇ ਆ। ਤੇ ਜਿਸ ਜਾਣਕਾਰੀ ਦੇ ਵਿੱਚ ਫਰਕ ਆਉਂਦਾ ਹੋਵੇ, ਇੱਕੋ ਜਿਹਾ ਫਰਕ ਨਾ ਹੋਵੇ, ਜਿਵੇਂ 50 ਤੋਂ ਬਾਅਦ 25 ਦਾ ਫਰਕ ਹੈ 75, ਪਰ ਉਦੋਂ ਬਾਅਦ ਸਿੱਧਾ ਹੀ 125 ਆ ਗਿਆ, ਤਾਂ ਇੱਥੇ 25 ਦਾ ਫਰਕ ਨਹੀਂ, 25 ਤੋਂ ਵੱਧ ਦਾ ਫਰਕ ਹੈ। ਇਵੇਂ 125 ਤੋਂ ਬਾਅਦ 150, ਫਿਰ 25 ਦਾ ਫਰਕ। ਤਾਂ ਜਿਹੜੀ ਇਹ ਅੰਤਰ ਹੁੰਦਾ ਹੈ ਇਹ ਅਗਰ ਵੱਖਰਾ ਵੱਖਰਾ ਹੋਵੇ ਤਾਂ ਉਸ ਜਾਣਕਾਰੀ ਨੂੰ ਅਸੀਂ ਖੜੇ ਧੁਰੇ ਦੇ ਉੱਤੇ ਜਿਹੜਾ ਹੈ ਉਹ ਦਰਸਾਉਣੇ ਆ। ਤਾਂ ਪਿਆਰੇ ਵਿਦਿਆਰਥੀਓ, ਇਸ ਵੇਲੇ ਆਪਾਂ ਕੀ ਕੀਤਾ ਹੋਇਆ ਹੈ, ਛੋਟੀਆਂ ਛੋਟੀਆਂ 5 ਛੜਾਂ ਜਿਹੜੀਆਂ ਹੈ ਇਹ ਕੱਚੇ ਤੌਰ ਤੇ ਰਫ ਤੌਰ ਤੇ ਤਿਆਰ ਕੀਤੀਆਂ ਹੈ, ਕਿਉਂਕਿ ਸਾਨੂੰ ਹਰੇਕ ਸਾਲ ਦੇ ਲਈ ਇੱਕ ਛੜ ਦੀ ਜ਼ਰੂਰਤ ਹੋਏਗੀ। ਸਾਡੇ ਕੋਲੇ ਕੁੱਲ 5 ਸਾਲਾਂ ਦਾ ਵੇਰਵਾ ਹੈ ਤੇ 5 ਛੜਾਂ ਅਸੀਂ ਛੋਟੀਆਂ ਛੋਟੀਆਂ ਤਿਆਰ ਕਰ ਲੈਣੀਆਂ। ਹੁਣ ਇਹਨਾਂ ਛੜਾਂ ਦੀ ਉਚਾਈ ਜਿਹੜੀ ਹੈ ਉਹ ਇਸ ਸਾਲ ਨਾਲ ਸੰਬੰਧਿਤ, ਜਿਵੇਂ 50 ਹੈ ਤਾਂ ਉਚਾਈ ਦਾ ਸੰਬੰਧ ਖੜੇ ਧੁਰੇ ਨਾਲ ਹੈ। ਅਸੀਂ ਕੀ ਕੀਤਾ ਹੈ ਕਿ ਸਾਰੇ ਜਿਹੜੇ ਖੜੇ ਧੁਰੇ ਵਾਲੇ ਅੰਕੜੇ ਨੇ ਉਹਨਾਂ ਨੂੰ ਵੇਖਿਆ 25 ਤੇ ਵੰਡ ਕੇ, ਸਾਰੇ 25 ਤੇ ਵੰਡੇ ਜਾਂਦੇ ਆ, ਤਾਂ ਆਪਾਂ ਇੱਕੋ ਜਿੰਨੀ ਵਿੱਥ ਇੱਥੋਂ 0 ਤੋਂ ਉੱਪਰ ਵੱਲ ਨੂੰ ਜਿੰਨੀ ਲਈ ਓਨੀ ਵਿੱਥ ਤੇ ਨਿਸ਼ਾਨ ਲਾ ਲੇ। ਇਹ 0 ਤੋਂ ਲੈ ਕੇ 25 ਹੈ, 25 ਤੋਂ ਬਾਅਦ 50, 75, 100, 125, 150, ਯਾਨੀ ਕਿ ਅਸੀਂ 25 ਦੀ ਵਿੱਥ ਤੇ ਇੱਕ ਨਿਸ਼ਾਨ ਜਿਹੜਾ ਹੈ ਇਸ ਤਰ੍ਹਾਂ ਲਗਾਇਆ ਹੈ। ਉਸ ਤੋਂ ਬਾਅਦ ਹੁਣ ਆਪਾਂ ਛੜਾਂ ਦੀ ਉਚਾਈ ਹੈ ਜਿਹੜੀ ਉਹ ਵੇਖਣੀ ਹੈ ਕਿ ਕਿਸ ਛੜ ਦੀ ਉਚਾਈ ਕਿੰਨੀ ਹੋਏਗੀ। ਪਿਆਰੇ ਵਿਦਿਆਰਥੀਓ, ਪਹਿਲਾ ਜਿਹੜਾ ਵਿਦਿਅਕ ਵਰ੍ਹਾ ਹੈ ਉਹ ਹੈ 2014-15। ਇਹਦੀ ਉਚਾਈ ਹੈ 50 ਵਿਦਿਆਰਥੀਆਂ ਜਿੰਨੀ। ਤਾਂ ਆਹ ਵਿਦਿਆਰਥੀਆਂ ਦੀ ਸੰਖਿਆ ਹੈ, ਇੱਧਰ 50 ਹੈ, ਤਾਂ ਆਪਾਂ ਇਸ ਛੜ ਦੀ ਉਚਾਈ ਨੂੰ ਸਕੇਲ ਦੀ ਸਹਾਇਤਾ ਨਾਲ ਓਨਾ ਉੱਚਾ ਕਰਾਂਗੇ ਜਿੱਥੇ ਸਾਡਾ 50 ਵਿਦਿਆਰਥੀਆਂ ਦੀ ਗਿਣਤੀ ਨਜ਼ਰ ਆਉਂਦੀ ਹੈ। ਤਾਂ ਪਿਆਰੇ ਵਿਦਿਆਰਥੀਓ, ਆਹ ਹੈ ਸਾਡੀ ਪਹਿਲੀ ਛੜ। ਤੁਸੀਂ ਇਹ ਵੀ ਖਿਆਲ ਰੱਖਣਾ ਕਿ ਪਹਿਲੀ ਅਤੇ ਦੂਜੀ ਛੜ ਵਿਚਲੀ ਦੂਰੀ, ਦੂਜੀ ਅਤੇ ਤੀਸਰੀ ਛੜ ਵਿਚਲੀ ਦੂਰੀ, ਯਾਨੀ ਕਿ ਆਹ ਗੈਪਸ ਹੈ ਇਹ ਵੀ ਇੱਕੋ ਜਿਹੇ ਹੋਣ, ਤੇ ਛੜਾਂ ਦੀ ਜਿਹੜੀ ਚੌੜਾਈ ਹੈ ਉਹ ਵੀ ਇੱਕੋ ਜਿਹੀ ਹੋਵੇ ਤਾਂ ਹੋਰ ਖੂਬਸੂਰਤੀ ਬਣ ਜਾਂਦੀ ਹੈ। ਗ੍ਰਾਫ ਪੇਪਰ ਦੇ ਉੱਤੇ ਇਹ ਕੰਮ ਬਹੁਤ ਆਸਾਨ ਹੋ ਜਾਂਦਾ ਹੈ। ਤਾਂ ਪਿਆਰੇ ਵਿਦਿਆਰਥੀਓ, ਇਸ ਤਰ੍ਹਾਂ ਆਪਾਂ ਸਾਰੀਆਂ ਛੜਾਂ ਦੀ ਉਚਾਈ ਪੂਰੀ ਕਰਦੇ ਹਾਂ। ਕੁਐਸਚਨ ਨੰਬਰ 6, ਹੇਠਾਂ ਦਿੱਤੇ ਬਿੰਦੂਆਂ ਨੂੰ ਗ੍ਰਾਫ ਵਿੱਚ ਦਰਸਾਓ। ਬਿੰਦੂ ਕਿਹੜੇ ਨੇ? P, Q, R, S। ਅਸੀਂ ਇਹਨਾਂ ਨੂੰ ਇਸ ਗ੍ਰਾਫ ਤੇ ਪਲਾਟ ਕਰਨਾ ਹੈ। ਗ੍ਰਾਫ ਕੀ ਹੁੰਦਾ ਪਿਆਰੇ ਵਿਦਿਆਰਥੀਓ? ਕਾਰਟੀਜ਼ੀਅਨ ਤਲ, ਯਾਨੀ ਕਿ ਵਰਗਾਕਾਰ ਡੱਬੀਦਾਰ ਜਿਹੜਾ ਤਲ ਹੈ, ਇਹ ਰੈਨੇ ਡਕਾਰਤੇ ਨੇ ਇਹਦੀ ਖੋਜ ਕੀਤੀ ਸੀ, ਉਸ ਨੂੰ ਅਸੀਂ ਕਾਰਟੀਜ਼ੀਅਨ ਤਲ ਦੇ ਨਾਂ ਨਾਲ ਵੀ ਜਾਣਦੇ ਹਾਂ, ਯਾਨੀ ਕਿ ਆਪਾਂ ਆਮ ਤੌਰ ਤੇ ਬੱਚੇ ਉਸਨੂੰ ਗ੍ਰਾਫ ਪੇਪਰ ਕਹਿੰਦੇ ਆ। ਉਹ ਗ੍ਰਾਫ ਪੇਪਰ ਜਿਹੜਾ ਤੁਸੀਂ ਕਾਪੀਆਂ ਆਪਣੀਆਂ ਖਰੀਦੀਆਂ ਹੁੰਦੀਆਂ ਗ੍ਰਾਫ ਪੇਪਰ, ਉਹਦੇ ਵਿੱਚ ਹਰੇਕ ਇੱਕ ਇਕਾਈ ਦੇ ਵੀ ਅੱਗੇ 10 ਭਾਗ ਕੀਤੇ ਹੁੰਦੇ ਆ। ਇੱਥੇ ਆਪਾਂ ਨੂੰ ਉਹਨਾਂ 10 ਭਾਗਾਂ ਦੀ ਲੋੜ ਨਹੀਂ, ਯਾਨੀ ਕਿ ਇਹ ਡੱਬੀਦਾਰ ਕਾਗਜ਼ ਜਿਹੜੇ ਬਿੰਦੂ ਦਿੱਤੇ ਆ ਉਹਨਾਂ ਨੂੰ ਦਰਸਾਉਣ ਲਈ ਇਹ ਠੀਕ ਹੈ। ਤਾਂ ਪਿਆਰੇ ਵਿਦਿਆਰਥੀਓ, ਸਭ ਤੋਂ ਪਹਿਲਾਂ ਆਪਣੇ ਕੋਲੇ ਬਿੰਦੂ P ਹੈ। P ਦੇ ਨਿਰਦੇਸ਼ਾਂਕ ਜਿਹੜੇ ਹੈਗੇ ਆ ਉਹ ਹੈਗੇ ਆ 1,2। ਹੁਣ ਸਾਡੇ ਕੋਲੇ ਆਹ ਹੈਗਾ ਲੇਟਵਾਂ ਧੁਰਾ, ਇਹਨੂੰ ਅਸੀਂ X ਧੁਰਾ ਕਹਿੰਦੇ ਆ। ਇਹ ਹੈ ਖੜਵਾਂ ਧੁਰਾ, ਇਹਨੂੰ ਅਸੀਂ Y ਧੁਰਾ ਕਹਾਂਗੇ। ਜਿਹੜਾ ਸੱਜੇ ਪਾਸੇ ਨੂੰ ਜਾ ਕੇ ਤੇ ਖੱਬੇ ਪਾਸੇ ਨੂੰ ਜਾ ਕੇ ਪਹਿਲੀ ਚੌਥਾਈ ਬਣਦੀ ਹੈ, ਐਂ ਸਮਝ ਲਓ ਵੀ ਸਾਡਾ ਇਹ ਗ੍ਰਾਫ ਹੈ ਜਿਹੜਾ ਇਹ ਉਸ ਦੀ ਪਹਿਲੀ ਚੌਥਾਈ ਹੈ। ਕਿਉਂ ਸਾਨੂੰ ਪਹਿਲੀ ਚੌਥਾਈ ਕੰਮ ਆਉਣੀ ਹੈ? ਕਿਉਂਕਿ ਗ੍ਰਾਫ ਤੇ ਜਿੰਨੇ ਵੀ ਬਿੰਦੂ ਅਸੀਂ ਆਲੇਖਿਤ ਕਰਨੇ ਆ ਸਾਰੇ ਜਿਹੜੇ ਹੈ ਉਹਨਾਂ ਦੇ ਨਿਰਦੇਸ਼ਾਂਕ ਧਨਾਤਮਕ ਨੇ। ਤਾਂ ਧਨਾਤਮਕ ਨਿਰਦੇਸ਼ ਅੰਕਾਂ ਵਾਲੇ ਹਰੇਕ ਬਿੰਦੂ ਨੂੰ ਅਸੀਂ ਪਹਿਲੀ ਚੌਥਾਈ ਵਿੱਚ ਹੀ ਆਲੇਖਿਤ ਕਰਦੇ ਹਾਂ। ਸੋ ਪਿਆਰੇ ਵਿਦਿਆਰਥੀਓ, ਹੁਣ ਆਪਣੇ ਕੋਲੇ ਜਿਵੇਂ ਤੁਸੀਂ ਦੇਖ ਰਹੇ ਹੋ ਤਾਂ ਜਿਹੜਾ ਸਾਡਾ ਇਹ ਲੇਟਵਾਂ ਧੁਰਾ ਉਹਦੇ ਤੇ ਜਿੱਥੇ ਇਹ ਦੋਨੇ ਧੁਰੇ ਕੱਟਦੇ ਆ ਉਹ ਮੂਲ ਬਿੰਦੂ ਹੁੰਦਾ, ਉਸ ਨੂੰ ਉਹਦੇ ਨਿਰਦੇਸ਼ਾਂਕ 0,0, ਯਾਨੀ ਕਿ X ਦਾ ਮੁੱਲ ਵੀ 0 ਤੇ Y ਦਾ ਮੁੱਲ ਵੀ 0 ਇਸ ਥਾਂ ਤੇ ਹੈ।
इत्थों आपां जे सज्जे पासे नूं जाइए, संख्या रेखा तुसीं सारे जानते हो, 0 तो सज्जे पासे प्लस वाला, 1 प्लस वाला, 2 प्लस वाला, 3, इत्थे निशान पहलां लगे यानी कि डब्बियां पहलां बणीआं होईआं, तो सानूं सौखा है 1 2 3 4 लिख देना। इवें उपर वाल नूं y दा मुੱਲ है, ये उपर वाल नूं प्लस दे हुंदे आ, तो इन्हां नूं असीं 1 2 3 4 इस तरीके नाल मार्क कर लिया। हुण जिहड़ा सानूं बिंदु दिता उन्हां ने पहला P, ਉਹਦੇ निर्देशांक x ਦੇ ਮੁੱਲ ਜਿਹੜਾ ਹੈਗਾ ਉਹ 1 ਹੈ ਤੇ y ਦਾ ਮੁੱਲ 2 ਹੈ। ਅਸੀਂ ਇਸ 0 ਤੋਂ ਸੱਜੇ ਪਾਸੇ ਨੂੰ x ਵੱਲ ਨੂੰ ਇੱਕ ਸਟੈਪ ਚੱਲਣਾ ਹੈ ਤੇ y ਦੇ ਅਕੋਰਡਿੰਗ, ਉਹਦੇ ਮੁੱਲ ਦੇ ਅਕੋਰਡਿੰਗ ਉੱਪਰ ਨੂੰ, ਪਲੱਸ ਦਾ ਮੁੱਲ ਉੱਪਰ ਨੂੰ ਹੈ, 2 ਸਟੈਪ ਚੱਲਣਾ ਹੈ। ਤਾਂ ਇੱਕ ਸਟੈਪ ਸੱਜੇ, ਉੱਥੇ ਪਹੁੰਚ ਕੇ 2 ਸਟੈਪ ਉੱਤੇ, ਆਹ ਬਿੰਦੂ ਜਿਹੜਾ ਇਹ P ਹੈ, ਇਹਦੇ ਨਿਰਦੇਸ਼ਾਂਕ ਬਣ ਗਏ 1,2। इस तरीके नाल जिहड़ा असीं दूसरा बिंदु प्लॉट करना ਉਹ Q है, ਉਹਦੇ निर्देशांक 5,2 है। तो प्यारे विद्यार्थियों इसे ही ग्राफ ते आपां फिर 0 ते आवांगे, सज्जे पासे नूं x दे मुੱਲ ਦੇ ਅਨੁਸਾਰ 5 ਤੇ ਪਹੁੰਚਾਂਗੇ, ਉੱਪਰ ਨੂੰ 1 2 क्योंकि y ਦਾ ਮੁੱਲ ਜਿਹੜਾ ਹੈਗਾ ਉਹ 2 है। तो ਜਿਹੜਾ ਸਾਡਾ Q ਬਿੰਦੂ ਆ ਉਹਦੇ निर्देशांक ਅਸੀਂ ਇਹਦੇ ਨਾਲ ਹੀ ਲਿਖਾਂਗੇ ਬਿੰਦੂ ਦੇ 5,2। इस तरीके नाल जिहड़ा तीसरा बिंदु है साडा, ਉਹਦੇ निर्देशांक R ਦੇ 6,5 है। फिर ਅਸੀਂ ਉਵੇਂ ਜਿੱਥੇ ਦੋਨੇ ਧੁਰੇ ਕੱਟਦੇ ਆ ਉੱਥੇ ਪਹੁੰਚਾਂਗੇ। x ਦਾ ਮੁੱਲ ਪਲੱਸ ਵਾਲਾ 6 ਹੈ, ਸੱਜੇ ਪਾਸੇ ਨੂੰ 6 ਤੇ ਜਾ ਕੇ, ਤੇ ਜਿਹੜਾ y ਦਾ ਮੁੱਲ ਹੈ ਉਹ ਹੈਗਾ 5। ਤਾਂ ਆਪਾਂ ਬਿੰਦੂ R ਦੇ ਲਈ 6 ਤੋਂ ਉੱਪਰ ਨੂੰ 5 ਸਟੈਪ ਚੱਲਾਂਗੇ, ਯਾਨੀ ਕਿ ਆਹ ਬਿੰਦੂ ਹੈ ਜਿਹੜਾ, ਇਹ ਹੋ ਗਿਆ PQ ਤੋਂ ਬਾਅਦ R ਦੇ निर्देशांक हो गए, सज्जे पासे ਨੂੰ ਗਏ ਸੀ 6 ਸਟੈਪ, ਉੱਪਰ ਨੂੰ ਗਏ ਸੀ 5 ਸਟੈਪ, 6,5 ਹੈ ਜਿਹੜਾ ਉਹ R ਦੇ ਨਾਲ ਅਸੀਂ ਲਿਖਤਾ ਹੈ। ਜਿਹੜਾ ਸਾਡਾ ਅਖੀਰਲਾ ਬਿੰਦੂ ਆ ਉਹ S ਹੈ, ਉਹਦੇ निर्देशांक 2,5 ਹੈ। ਤਾਂ ਪਿਆਰੇ ਵਿਦਿਆਰਥੀਓ ਫਿਰ ਆਪਾਂ ਉਵੇਂ ਹੀ 0 ਤੋਂ ਸੱਜੇ ਪਾਸੇ 2, ਕਿਉਂਕਿ ਜਿਹੜਾ ਬਿੰਦੂ निर्देशांक S ਦੇ ਉਹ x ਦਾ ਮੁੱਲ 2 ਹੈ। ਸੱਜੇ ਪਾਸੇ ਨੂੰ ਇੱਥੋਂ ਆਪਾਂ ਚੱਲਾਂਗੇ 2 ਸਟੈਪ, ਉੱਪਰ ਨੂੰ 1 2 3 4 5, ਇੱਥੇ ਆ ਜਾਾਂਗੇ। ਇਹ ਸਾਡਾ R ਬਿੰਦੂ ਹੈ, ਸੌਰੀ S ਬਿੰਦੂ ਹੈ, S, क्योंकि P Q ਤੇ R ਪਹਿਲਾਂ ਹੋ ਗਏ। S ਬਿੰਦੂ ਦੇ निर्देशांक 2,5 ਹੈ। ਇਸ ਢੰਗ ਨਾਲ ਅਸੀਂ ਚਾਰੇ ਬਿੰਦੂਆਂ ਦੀ ਪਲਾਟਿੰਗ ਜਿਹੜੀ ਆ ਉਹ ਕਰਤੀ ਆ। ਪਰ ਪ੍ਰਸ਼ਨ ਦੇ ਵਿੱਚ ਉਹਨਾਂ ਨੇ ਅਖੀਰ ਤੇ ਕੀ ਕਹਿਤਾ ਕਿ ਤੁਹਾਨੂੰ ਕਿਹੜਾ ਚਿੱਤਰ ਪ੍ਰਾਪਤ ਹੋਵੇਗਾ, ਪਰ ਅਸਲ ਚੋਂ ਇੱਕ ਗੱਲ ਕਹਿਣੀ ਭੁੱਲ ਗਏ ਵੀ ਇਹਨਾਂ ਬਿੰਦੂਆਂ ਨੂੰ ਲਗਾਤਾਰਤਾ ਵਿੱਚ ਮਿਲਾਉਣ ਨਾਲ ਕਿਹੜਾ ਚਿੱਤਰ ਪ੍ਰਾਪਤ ਹੋਵੇਗਾ। ਤਾਂ ਹੁਣ ਆਪਾਂ ਕੀ ਕਰਾਂਗੇ, P ਨੂੰ Q ਨਾਲ ਮਿਲਾਵਾਂਗੇ। ਆਹ ਬਿੰਦੂ ਸਾਡਾ P ਸੀਗਾ ਜਿੱਥੇ 1,2 ਸੀ, ਇਹਨੂੰ ਆਪਾਂ ਐਵੇਂ ਜਿਹੜੀ ਲਾਈਨ ਪਹਿਲਾਂ ਲੱਗੀ ਉਹਨੂੰ ਗੂੜਾ ਕਰਕੇ ਆ P ਤੇ Q ਬਿੰਦੂ ਮਿਲਾਤਾ। ਹੁਣ ਆਪਾਂ ਇਹਨੂੰ ਫੁੱਟੇ ਦੀ ਸਹਾਇਤਾ ਨਾਲ ਤੁਸੀਂ Q ਤੇ R ਨੂੰ ਵੀ ਮਿਲਾਓਗੇ। ਜਦੋਂ ਤੁਸੀਂ Q ਤੇ R ਨੂੰ ਮਿਲਾਓਗੇ ਪਿਆਰੇ ਵਿਦਿਆਰਥੀਓ, ਤੁਹਾਡੇ ਕੋਲੇ ਇਸ ਤਰੀਕੇ ਨਾਲ ਇੱਕ ਰੇਖਾ ਖੰਡ ਆ ਜੂ। ਫਿਰ ਲਗਾਤਾਰਤਾ ਦੇ ਵਿੱਚ R ਤੋਂ ਬਾਅਦ ਵਾਰੀ S ਦੀ ਆਉਂਦੀ ਹੈ, ਤਾਂ ਉਹ ਤੁਸੀਂ ਇਹਨੂੰ ਮਿਲਾਓਗੇ, ਇਹ ਬਣ ਗਿਆ ਤੁਹਾਡਾ RS। ਵਾਪਸ ਜਦੋਂ S ਤੇ ਪਹੁੰਚ ਗਏ ਤਾਂ ਸਭ ਤੋਂ ਪਹਿਲਾ ਬਿੰਦੂ ਸੀ ਤੁਹਾਡਾ ਜਿਹੜਾ ਉਹ ਸੀਗਾ P, ਤੁਸੀਂ ਉਹਨੂੰ ਮਿਲਾਤਾ। ਤਾਂ ਇਸ ਢੰਗ ਨਾਲ ਤੁਹਾਡੇ ਕੋਲੇ PQRS ਜਿਹੜਾ ਇਹ ਚਿੱਤਰ ਪ੍ਰਾਪਤ ਹੋਇਆ। ਇਹ ਇੱਕ ਚਤੁਰਭੁਜ ਹੈ, ਪਰ ਪਿਆਰੇ ਵਿਦਿਆਰਥੀਓ ਕੱਲਾ ਚਤੁਰਭੁਜ ਲਿਖ ਦਿਓਗੇ ਤਾਂ ਵੀ ਠੀਕ ਹੈ, ਪਰ ਚਤੁਰਭੁਜ ਦੇ ਵਿੱਚ ਕੀ ਹੈ, ਆਮੋ ਸਾਹਮਣੀਆਂ ਭੁਜਾਵਾਂ ਸਮਾਨ ਨੇ। ਤਾਂ ਇਸ ਸਥਿਤੀ ਵਿੱਚ ਇਹ ਚਤੁਰਭੁਜ ਸਧਾਰਨ ਚਤੁਰਭੁਜ ਨਾ ਹੋ ਕੇ ਵਿਸ਼ੇਸ਼ ਚਤੁਰਭੁਜ ਹੋ ਗਈ, ਜਿਹਦਾ ਅਸੀਂ ਵਿਸ਼ੇਸ਼ ਨਾਂ ਕੀ ਕਹਾਂਗੇ, ਸਮਾਂਤਰ ਚਤੁਰਭੁਜ। ਤਾਂ ਤੁਸੀਂ ਕੱਲਾ ਚਤੁਰਭੁਜ ਲਿਖ ਦੋਗੇ ਤਾਂ ਵੀ ਅੰਕ ਮਿਲਣਗੇ, ਸਮਾਂਤਰ ਚਤੁਰਭੁਜ ਲਿਖ ਦੋਗੇ ਤਾਂ ਜ਼ਿਆਦਾ ਅੰਕ ਪ੍ਰਾਪਤ ਤੁਹਾਨੂੰ ਹੋ ਸਕਦੇ ਆ। ਸੋ ਇਸ ਢੰਗ ਨਾਲ ਇਹ ਆਪਣੀ ਜਿਹੜੀ ਵਰਕਸ਼ੀਟ ਨੰਬਰ 15 ਇੱਥੇ ਸਮਾਪਤ ਹੁੰਦੀ ਹੈ। ਸਾਰੀਆਂ ਵਰਕਸ਼ੀਟਾਂ ਦਾ ਹੱਲ ਇਸ ਤਰ੍ਹਾਂ ਹੀ ਤੁਹਾਨੂੰ ਮਿਲੇਗਾ। ਸਬਸਕ੍ਰਾਈਬ ਕਰ ਲਓਗੇ, ਨੋਟੀਫਿਕੇਸ਼ਨ ਨਾਲ ਦੀ ਨਾਲ ਮਿਲੇਗੀ ਤੇ ਤੁਹਾਨੂੰ ਆਪਣਾ ਜਿਹੜਾ ਕੰਮ ਹੈ ਵਰਕਸ਼ੀਟਾਂ ਹੱਲ ਕਰਨ ਦਾ ਉਹ ਬਹੁਤ ਆਸਾਨ ਹੋ ਜਾਏਗਾ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।